हाँ जी, ਆਪਣੇ ਅਗਲੇ ਲੈਕਚਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਅੱਜ ਆਪਾਂ ਡੇ 7 ਤੇ ਪਹੁੰਚ ਗਏ, ਲੈਕਚਰ 6 ਆਪਣੀ ਰਾਜਨੀਤੀ ਦਾ। ਅੱਜ ਜੋ ਆਪਾਂ ਡਿਸਕਸ ਕਰਨਾ ਉਹ ਹੈਗਾ ਆਪਣੀ ਇੰਡੀਅਨ ਪੋਲਿਟੀ ਦੇ ਇੰਡੀਅਨ ਜੁਡੀਸ਼ਰੀ ਬਾਰੇ। ਆਪਣੀ ਜੋ ਨਿਆਂ ਪ੍ਰਣਾਲੀ ਹੈ, ਨਿਆਂਪਾਲਿਕਾ, ਉਹਦੇ ਬਾਰੇ ਆਪਾਂ ਸਾਰੀ ਗੱਲ ਕਰਨੀ ਹੈ ਕਿ ਉਹ ਕਿੱਦਾਂ ਦੀ ਬੋਡੀ ਹੈ, ਉਹਦੇ ਕੀ ਫੰਕਸ਼ਨ ਹੈ, ਉਹਨੂੰ ਆਪਾਂ ਕਿੱਦਾਂ ਐਸੋਸੀਏਟ ਕਰਦੇ ਹਾਂ, ਇਹ ਸਾਰੀ ਗੱਲਾਂ। ਤੋ ਦੇਖੋ, ਜੇ ਮੈਂ ਤੁਹਾਨੂੰ ਭਾਰਤ ਦੀ ਨਿਆਂਪਾਲਿਕਾ ਬਾਰੇ ਗੱਲ ਕਰਾਂ, ਭਾਰਤ ਦੀ ਜੁਡੀਸ਼ਰੀ ਬਾਰੇ ਗੱਲ ਕਰਾਂ, ਠੀਕ ਹੈ, ਤਾਂ ਇਹਦੇ ਲਈ ਆਪਾਂ ਦੋ ਸ਼ਬਦ ਹਮੇਸ਼ਾ ਵਰਤ ਸਕਦੇ ਹਾਂ। ਇੱਕ ਹੈਗਾ ਕਿ ਆਪਣੀ ਭਾਰਤ ਦੀ ਜਿਹੜੀ ਨਿਆਂਪਾਲਿਕਾ ਉਹ ਹੈਗੀ ਹੈ ਸੁਤੰਤਰ ਹੈ। ਸੁਤੰਤਰ ਦਾ ਮਤਲਬ ਹੈ ਇੰਡੀਪੈਂਡੈਂਟ ਹੈ। ਤੇ ਦੂਜੀ ਏਕ੍ਰਿਤ ਹੈ। ਏਕ੍ਰਿਤ ਦਾ ਮਤਲਬ ਹੁੰਦਾ ਇੰਟੀਗ੍ਰੇਟਿਡ ਹੈ। ਹੁਣ ਇਹ ਦੋਨੋਂ ਸ਼ਬਦਾਂ ਦਾ ਮਤਲਬ ਕੀ ਹੁੰਦਾ? ਸੁਤੰਤਰ ਤੇ ਏਕ੍ਰਿਤ, ਇਹ ਆਪਾਂ ਦੋ ਸ਼ਬਦ ਕਿਉਂ ਯੂਜ਼ ਕਰਦੇ? ਦੇਖੋ, ਕਦੀ ਵੀ ਕਿਸੇ ਵੀ ਦੇਸ਼ ਵਿੱਚ ਜੇ ਤੁਸੀਂ ਚਾਹੁੰਦੇ ਹੋ ਇੱਕ ਚੰਗਾ ਲੋਕਤੰਤਰ ਬਣੇ, ਉਹਦੇ ਵਿੱਚ ਬਹੁਤ ਜ਼ਰੂਰੀ ਭੂਮਿਕਾ ਨਿਭਾਉਂਦੀ ਹੈ ਤੁਹਾਡੀ ਨਿਆਂਪਾਲਿਕਾ। ਕਿਉਂਕਿ ਜੇ ਕੱਲ ਤੁਹਾਡੇ ਜਿੰਨੇ ਵੀ ਐਗਜ਼ੀਕਿਊਟਿਵ ਹੈ, ਜਿਹੜੇ ਵੀ ਤੁਹਾਡੇ ਲੈਜਿਸਲੇਟਿਵ ਹੈ, ਜਿਹੜੇ ਮਤਲਬ ਕਾਨੂੰਨ ਬਣਾ ਰਹੇ ਹੈ ਤੇ ਕਾਨੂੰਨ ਲਾਗੂ ਕਰ ਰਹੇ ਹੈ, ਜੇ ਦੋਨੋਂ ਹੀ ਇੱਕ ਤਰੀਕੇ ਨਾਲ ਆਪਸ 'ਚ ਮਿਲ ਕੇ ਕੰਮ ਕਰਨ ਲੱਗ ਜਾਣ ਤੇ ਲੋਕਾਂ ਦੀ ਸੁਣਨੀ ਬੰਦ ਕਰ ਦੇਣ, ਲੋਕ ਕਿਹਦੇ ਕੋਲੇ ਜਾਣਗੇ? ਲੋਕ ਆਪਣੇ ਹੱਕ ਲੈਣ ਲਈ, ਆਪਣੀਆਂ ਚੀਜ਼ਾਂ ਮਨਵਾਉਣ ਲਈ, ਕੁਛ ਵੀ ਫੈਸਿਲਿਟੀ ਤੁਹਾਨੂੰ ਚਾਹੀਦੀ ਹੈ ਉਹ ਲੈਣ ਲਈ ਤੁਸੀਂ ਕਿਹਦੇ ਕੋਲੇ ਜਾਓਗੇ? ਤੁਸੀਂ ਹਮੇਸ਼ਾ ਜੁਡੀਸ਼ਰੀ ਕੋਲੇ ਜਾ ਸਕਦੇ ਹੋ। ਜੁਡੀਸ਼ਰੀ ਇਸੇ ਲਈ ਦੇਖੋ, ਤੁਹਾਡੇ ਕਦੀ ਸਰਕਾਰ ਦੇ ਕੰਟਰੋਲ ਵਿੱਚ ਨਹੀਂ ਹੋਣੀ ਚਾਹੀਦੀ। ਜੇ ਜੁਡੀਸ਼ਰੀ ਸਰਕਾਰ ਦੇ ਅੰਡਰ ਹੋਗੀ, ਜੇ ਜੁਡੀਸ਼ਰੀ ਸਰਕਾਰ ਦਾ ਕੰਮ ਕਰ ਰਹੀ ਹੋਗੀ, ਤਾਂ ਹੋਊਗਾ ਕਿ ਜੁਡੀਸ਼ਰੀ ਨੂੰ ਸਾਰੀਆਂ ਗੱਲਾਂ ਸਰਕਾਰ ਦੀਆਂ ਮੰਨਣੀਆਂ ਪੈਣੀਆਂ। ਆਪਣੇ ਭਾਰਤ ਵਿੱਚ ਜਿੰਨੇ ਵੀ ਕੇਸ ਫਾਈਲ ਪਏ ਹੈ ਨਾ, ਚਾਹੇ ਹਾਈ ਕੋਰਟ ਹੋਵੇ, ਸੁਪਰੀਮ ਕੋਰਟ ਹੋਵੇ, ਡਿਸਟ੍ਰਿਕਟ ਕੋਰਟ ਹੋਵੇ, ਇਹਨਾਂ ਵਿੱਚ 60% ਸਰਕਾਰਾਂ ਦੇ ਖਿਲਾਫ ਹੀ ਫਾਈਲ ਦੇ ਖਿਲਾਫ ਫਾਈਲ ਹੋਇਆ ਹੋਵੇ, ਕਿਸੇ ਕਮਿਸ਼ਨ ਦੇ ਖਿਲਾਫ ਫਾਈਲ ਹੋਇਆ ਹੋਵੇ, ਕੋਈ ਵੀ ਚੀਜ਼, 60% ਕੇਸ ਤੁਹਾਡੇ ਸਰਕਾਰ ਦੇ ਖਿਲਾਫ ਹੀ ਹੈ। ਤਾਂ ਜੇ ਆਪਣੀ ਭਾਰਤ ਦੀ ਨਿਆਂਪਾਲਿਕਾ ਸਰਕਾਰ ਦੇ ਕੰਟਰੋਲ ਵਿੱਚ ਹੁੰਦੀ ਤਾਂ 60% ਕੇਸ ਤਾਂ ਸਾਰੇ ਦੇ ਸਾਰੇ ਸਰਕਾਰ ਦੇ ਹੱਕ ਵਿੱਚ ਚਲੇ ਜਾਂਦੇ। ਇਸ ਕਾਰਨ ਆਪਾਂ ਨੂੰ ਜ਼ਰੂਰੀ ਸੀ ਕਿ ਜੇ ਆਪਾਂ ਲੋਕਤੰਤਰ ਬਣਾਉਣਾ ਤਾਂ ਆਪਾਂ ਜੁਡੀਸ਼ਰੀ ਨੂੰ, ਜਿਹੜੀ ਆਪਣੀ ਨਿਆਂਪਾਲਿਕਾ, ਇਹਨੂੰ ਆਪਾਂ ਆਜ਼ਾਦ ਰੱਖੀਏ, ਸੁਤੰਤਰ ਰੱਖੀਏ, ਤਾਂ ਕਿ ਇਹ ਆਪਣੀ ਖੁਦ ਦੀ ਫੰਕਸ਼ਨਿੰਗ ਖੁਦ ਕਰ ਸਕੇ ਤੇ ਸਰਕਾਰ ਦੇ ਦਬਾਅ 'ਚ ਆ ਕੇ ਕੋਈ ਇਹਨਾਂ ਨੂੰ ਫੈਸਲਾ ਨਾ ਲੈਣਾ ਪਵੇ। ਦੂਜੇ ਪਾਸੇ ਜਿਹੜਾ ਇੰਟੀਗ੍ਰੇਟਿਡ ਵਰਡ ਹੈ, ਏਕ੍ਰਿਤ ਵਰਡ ਹੈ, ਇਹਦਾ ਮਤਲਬ ਹੈ ਕਿ ਸਾਰੀ ਜੁਡੀਸ਼ਰੀ ਇੱਕ ਦੂਜੇ ਨਾਲ ਜੁੜੀ ਹੋਈ ਹੈ। ਇੱਕ ਚੇਨ ਨਹੀਂ ਹੁੰਦੀ ਜਿਵੇਂ, ਉਸ ਤਰੀਕੇ ਨਾਲ ਜੁੜੀ ਹੋਈ ਹੈ। ਇਹ ਕਿੱਦਾਂ ਹੁੰਦੀ ਹੈ ਉਹ ਮੈਂ ਅੱਗੇ ਜਾ ਕੇ ਤੁਹਾਨੂੰ ਦੱਸੂਗਾ। ਹੁਣ ਇਹੀ ਦੋਨੋਂ ਸ਼ਬਦਾਂ ਨੂੰ ਅੱਜ ਆਪਣਾ ਸਮਝਣਾ ਲੈਕਚਰ ਦਾ ਮੇਨ ਕੰਮ ਹੈ। ਬਾਕੀ ਤੁਹਾਨੂੰ ਨੋਟਸ ਦੇ ਨਾਲ ਸਮਝ ਆਉਂਦਾ ਰਹੂਗਾ। ਦੇਖੋ, ਸਭ ਤੋਂ ਪਹਿਲਾਂ ਜਿਹੜੀ ਜੇ ਮੈਂ ਸੁਤੰਤਰ ਕਰਨ ਦੀ ਗੱਲ ਕਰਦਾ, ਕਿਸੇ ਨੂੰ ਵੀ ਇੰਡੀਪੈਂਡੈਂਟ ਕਰਨ ਦੀ ਗੱਲ ਕਰਦਾ, ਉਹ ਸਭ ਤੋਂ ਪਹਿਲੀ ਗੱਲ ਹੈ ਕਿ ਨਿਯੁਕਤੀ ਕਿੱਦਾਂ ਹੁੰਦੀ ਹੈ। ਜੇ ਜੱਜਾਂ ਨੂੰ ਸਰਕਾਰ ਦਾ ਹੀ ਬਸ ਚੱਲ ਰਿਹਾ ਕਿ ਕਿਹੜਾ ਬੰਦਾ ਜੱਜ ਬਣੂਗਾ, ਸਰਕਾਰ ਤਾਂ ਆਪਣੇ ਪਸੰਦ ਦੇ ਲੋਕਾਂ ਨੂੰ ਹੀ ਰੱਖੂਗੀ, ਤੇ ਸਰਕਾਰ ਆਪਣੇ ਪਸੰਦ ਦੇ ਲੋਕਾਂ ਨੂੰ ਰੱਖੂਗੀ ਤਾਂ ਸਰਕਾਰ ਦੇ ਖਿਲਾਫ ਕਦੀ ਫੈਸਲਾ ਨਹੀਂ ਸੁਣਾਇਆ ਜਾਊਗਾ। ਜੇ ਆਪਾਂ ਚਾਹੁੰਦੇ ਹਾਂ ਸਰਕਾਰ ਦੇ ਖਿਲਾਫ ਕਦੀ ਵੀ ਅਪੀਲ ਕਰਨਾ, ਤਾਂ ਜੱਜ ਸਰਕਾਰ ਦੇ ਨਾਲ ਦੇ ਨਹੀਂ ਹੋਣੇ ਚਾਹੀਦੇ, ਉਹ ਇੱਕ ਸੈਂਟਰ ਪੁਆਇੰਟ ਤੇ ਹੋਣੇ ਚਾਹੀਦੇ। ਮਤਲਬ ਇਦਾਂ ਵੀ ਨਹੀਂ ਕਿ ਲੋਕਾਂ ਵੱਲ ਬਾਇਸ ਆ, ਸਰਕਾਰ ਦੇ ਖਿਲਾਫ ਹੀ ਹੈ, ਸੈਂਟਰ 'ਚ ਹੋਣ, ਕਿਸੇ ਵੀ ਇੱਕ ਪਾਸੇ ਨੂੰ ਉਹਨਾਂ ਝੁਕਾ ਨਾ ਹੋਵੇ। ਇਸ ਲਈ ਉਹਨਾਂ ਦੀ ਨਿਯੁਕਤੀ ਕਿੱਦਾਂ ਕੀਤੀ ਜਾਂਦੀ ਹੈ, ਇਹ ਜਾਣਨਾ ਬਹੁਤ ਜ਼ਰੂਰੀ ਹੈ। ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਨਿਯੁਕਤੀ ਹੁੰਦੀ ਹੈ ਨਾ, ਨਿਯੁਕਤੀ ਜਿਹੜੀ ਅਪਾਇੰਟਮੈਂਟ ਲੈਟਰ ਬਣੂਗੀ, ਠੀਕ ਹੈ, ਕਿਸੇ ਨੂੰ ਵੀ ਨਿਯੁਕਤੀ ਦੇ ਟਾਈਮ ਜਿਹੜੀ ਅਪਾਇੰਟਮੈਂਟ ਲੈਟਰ ਮਿਲਦੀ ਹੈ, ਸਭ ਤੋਂ ਪਹਿਲਾਂ ਆਪਾਂ ਸੁਪਰੀਮ ਕੋਰਟ ਦੀ ਗੱਲ ਕਰਦੇ ਹਾਂ। ਸੁਪਰੀਮ ਕੋਰਟ ਦੇ ਅੰਦਰ ਜੇ ਕਿਸੇ ਵੀ ਜੱਜ ਨੂੰ ਨਿਯੁਕਤੀ ਮਿਲਣੀ ਹੈ, ਅਪਾਇੰਟਮੈਂਟ ਮਿਲਣੀ ਹੈ, ਹਮੇਸ਼ਾ ਉਹਦੀ ਚਿੱਠੀ ਭਾਰਤ ਦੇ ਰਾਸ਼ਟਰਪਤੀ ਦੁਆਰਾ ਸਾਈਨ ਕੀਤੀ ਜਾਂਦੀ ਹੈ, ਯਾਨੀ ਕਿ ਅਪਾਇੰਟਮੈਂਟ ਭਾਰਤ ਦੇ ਰਾਸ਼ਟਰ ਅਪਾਇੰਟਮੈਂਟ, ਠੀਕ ਹੈ। ਤੇ ਇਸ ਚਿੱਠੀ ਉੱਤੇ ਰਾਸ਼ਟਰਪਤੀ ਦੇ ਸਾਈਨ ਹੁੰਦੇ ਆ। ਤਾਂ ਹੁਣ ਇਹਦਾ ਕੀ ਪ੍ਰੋਸੈਸ ਹੈ, ਕਿੱਦਾਂ ਨਿਯੁਕਤੀ ਹੁੰਦੀ ਹੈ? ਇਦਾਂ ਨਹੀਂ ਹੈ ਰਾਸ਼ਟਰਪਤੀ ਆਪਣੀ ਮਨਮਰਜ਼ੀ ਕਰ ਸਕਦਾ। ਦੇਖੋ, ਸ਼ੁਰੂਆਤ ਦੀ ਗੱਲ ਕਰਦੇ 1950 ਦੇ ਸਾਲ ਦੀ ਗੱਲ ਕਰਦੇ, ਜਦੋਂ ਆਪਣਾ ਸੰਵਿਧਾਨ ਲਾਗੂ ਹੀ ਹੋਇਆ ਸੀ। ਆਪਣੇ ਸੰਵਿਧਾਨ ਨੇ ਕੀ ਬੋਲਿਆ ਸੀ, ਆਪਣੇ ਕਨਸਟੀਟਿਊਸ਼ਨ ਨੇ ਕੀ ਬੋਲਿਆ? ਆਪਣੇ ਸੰਵਿਧਾਨ ਨੇ ਇਹ ਬੋਲਿਆ ਸੀ ਕਿ ਭਾਰਤ ਦੇ ਰਾਸ਼ਟਰਪਤੀ ਨਿਯੁਕਤੀ ਕਰਨਗੇ, ਤੇ ਨਿਯੁਕਤੀ ਕਰਨ ਲੱਗੇ ਤੁਹਾਡੇ ਇੱਕ ਤਾਂ ਜਿਹੜੇ ਭਾਰਤ ਦੇ ਚੀਫ ਜਸਟਿਸ ਹੈ, ਚੀਫ ਜਸਟਿਸ ਆਫ ਇੰਡੀਆ, ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਸ਼ਾਰਟ ਸੀਜੇ ਲਿਖ ਦਿੰਦੇ ਆ। ਦੇਖੋ, ਹਰ ਕੋਰਟ, ਕੋਈ ਵੀ ਕੋਰਟ ਦੇ ਇਲਾਵਾ ਕੋਈ ਵੀ ਬੋਡੀ ਲਗਾ ਲਓ, ਕੋਈ ਵੀ ਬੋਡੀ ਉਨੀ ਦੇਰ ਤੱਕ ਆਪਰੇਟ ਨਹੀਂ ਕਰ ਸਕਦੀ ਜਦ ਤੱਕ ਉਹਦਾ ਕੋਈ ਨਾ ਕੋਈ ਹੈਡ ਨਾ ਹੋਵੇ, ਜਦ ਤੱਕ ਉਹਦਾ ਕੋਈ ਨਾ ਕੋਈ ਹੈਡ ਨਾ ਹੋਵੇ। ਹੁਣ ਮਤਲਬ ਕੋਈ ਨਾ ਕਿਸੇ ਨੂੰ ਤਾਂ ਚੇਅਰਮੈਨ, ਕਿਸੇ ਨੂੰ ਤਾਂ ਪ੍ਰੈਜ਼ੀਡੈਂਟ, ਕੁਛ ਤਾਂ ਬਣਾਉਣਾ ਪਊਗਾ ਨਾ, ਤਾਂ ਹੀ ਚੱਲ ਸਕਦੀ ਹੈ। ਇਸ ਕਾਰਨ ਆਪਣੇ ਭਾਰਤ ਵਿੱਚ ਜਿੰਨੇ ਵੀ ਕੋਰਟ ਹੈ, ਸੈਂਟਰ ਸੁਪਰੀਮ ਕੋਰਟ ਹੋ ਗਿਆ, ਹਰ ਸਟੇਟ ਵਿੱਚ ਹਾਈ ਕੋਰਟ ਹੋ ਗਏ,
ਇਹ ਸਾਰਿਆਂ ਵਿੱਚ ਇੱਕ ਚੀਫ ਜਸਟਿਸ ਹੁੰਦਾ ਹੀ ਹੁੰਦਾ ਹੈ। ਜਦ ਤੱਕ ਚੀਫ ਜਸਟਿਸ ਨਹੀਂ ਹੋਊਗਾ ਇਹ ਸਾਰੇ ਦੇ ਸਾਰੇ ਕੋਰਟ ਕੰਮ ਨਹੀਂ ਕਰ ਸਕਦੇ। ਚੀਫ ਜਸਟਿਸ ਦਾ ਮਤਲਬ ਹੈ ਸਾਰੇ ਜੱਜਸ ਵਿੱਚੋਂ ਜਿਹੜਾ ਸਭ ਤੋਂ ਪ੍ਰਮੁੱਖ ਹੈ। ਤਾਂ ਸੁਪਰੀਮ ਕੋਰਟ ਕਿਉਂਕਿ ਪੂਰੇ ਭਾਰਤ ਵਿੱਚ ਸਿਰਫ ਇੱਕੋ ਹੀ ਹੈ, ਹਾਈ ਕੋਰਟ ਤਾਂ ਹਰ ਸਟੇਟ ਦਾ ਆਪਣਾ ਆਪਣਾ ਹੁੰਦਾ ਹੈ, ਠੀਕ ਹੈ। ਉਸ ਤੋਂ ਬਾਅਦ ਡਿਸਟ੍ਰਿਕਟ ਕੋਰਟ ਹਰ ਡਿਸਟ੍ਰਿਕਟ ਦੇ ਆਪਣੇ ਆਪਣੇ ਹੈ, ਮਤਲਬ ਸਾਰੇ ਸਟੇਟਸ ਦੇ ਵੀ ਹਾਈ ਕੋਰਟ ਨਹੀਂ ਹੈਗੇ, ਉਹ ਆਪਾਂ ਮੇਨ ਪੋਲਿਟੀ ਵਿੱਚ ਜਾ ਕੇ ਪੜਾਂਗੇ। ਤਾਂ ਸੁਪਰੀਮ ਕੋਰਟ ਤਾਂ ਪਰ ਪੂਰੇ ਇੰਡੀਆ ਦਾ ਇੱਕੋ ਹੀ ਹੈ। ਹੁਣ ਜਿਹੜਾ ਸੁਪਰੀਮ ਕੋਰਟ ਹੈ ਉਹਦਾ ਜਿਹੜਾ ਚੀਫ ਹੁੰਦਾ ਹੈ, ਕਿਉਂਕਿ ਸੁਪਰੀਮ ਕੋਰਟ ਪੂਰੇ ਭਾਰਤ ਦਾ ਇੱਕੋ ਹੀ ਹੈ ਤਾਂ ਇਸ ਕਾਰਨ ਉਹਨੂੰ ਚੀਫ ਜਸਟਿਸ ਆਫ ਇੰਡੀਆ ਕਹਿ ਦਿੰਦੇ ਆ, ਭਾਰਤ ਦਾ ਚੀਫ ਜਸਟਿਸ ਕਹਿ ਦਿੰਦੇ ਆ, ਸਿਰਫ ਕਿਉਂਕਿ ਪੂਰੇ ਭਾਰਤ ਵਿੱਚ ਇੱਕੋ ਹੀ ਸੁਪਰੀਮ ਕੋਰਟ ਹੈ। ਦੇਖੋ ਆਪਣੇ ਸੰਵਿਧਾਨ ਨੇ ਇਹ ਲਿਖਿਆ ਸੀ ਕਿ ਭਾਰਤ ਦੇ ਰਾਸ਼ਟਰਪਤੀ ਨਿਯੁਕਤੀ ਕਰਨਗੇ ਕੌਣ ਜੱਜ ਬਣੂਗਾ ਸੁਪਰੀਮ ਕੋਰਟ ਦਾ, ਪਰ ਉਹ ਸਲਾਹ ਲੈਣਗੇ ਇੱਕ ਤਾਂ ਚੀਫ ਜਸਟਿਸ ਆਫ ਇੰਡੀਆ ਦੀ ਤੇ ਹੋਰ ਇਦਾਂ ਦੇ ਕੋਈ ਜੱਜ, ਠੀਕ ਹੈ, ਚਾਹੇ ਉਹ ਸੁਪਰੀਮ ਕੋਰਟ ਦੇ ਹੋਣ ਚਾਹੇ ਉਹ ਹਾਈ ਕੋਰਟ ਦੇ ਹੋਣ, ਜਿਹੜੇ ਭਾਰਤ ਦੇ ਰਾਸ਼ਟਰਪਤੀ ਨੂੰ ਠੀਕ ਲੱਗਣਗੇ। ਇਹਦਾ ਕੀ ਮਤਲਬ ਹੈ? ਦੇਖੋ ਭਾਰਤ ਦੇ ਰਾਸ਼ਟਰਪਤੀ ਅੱਗੇ ਜਿਹੜੇ ਜੱਜਸ ਨੂੰ ਅਪਾਇੰਟ ਕਰਨਾ ਹੈ, ਅਪਾਇੰਟ ਕਰਨ ਤੋਂ ਪਹਿਲਾਂ ਉਹ ਸਲਾਹ ਲੈਣਗੇ। ਕਿਹਦੀ ਸਲਾਹ ਲੈਣਗੇ? ਇੱਕ ਤਾਂ ਚੀਫ ਜਸਟਿਸ ਆਫ ਇੰਡੀਆ ਸਲਾਹ ਲੈਣੀ, ਇੱਕ ਤਾਂ ਉਹਦੀ ਸਲਾਹ ਲੈਣੀ ਹੈ, ਤੇ ਹੋਰ ਵੀ ਕਿਸੇ ਜੱਜ ਤੋਂ ਪੁੱਛ ਸਕਦੇ ਆ, ਚਾਹੇ ਉਹ ਜੱਜ ਸੁਪਰੀਮ ਕੋਰਟ ਦਾ ਹੋਵੇ ਚਾਹੇ ਉਹ ਹਾਈ ਕੋਰਟ ਦੇ ਜੱਜ ਹੋਣ, ਕਿਸੇ ਵੀ ਉਹਨਾਂ ਤੋਂ ਉਹ ਸਲਾਹ ਲੈ ਸਕਦੇ ਆ। ਹੁਣ ਜਿਹੜਾ ਇਹ ਪੂਰਾ ਦਾ ਪੂਰਾ ਸਿਸਟਮ ਬਣਿਆ, ਹੁਣ ਇਹਦੇ ਕਾਰਨ ਮਤਲਬ ਆਪਣੇ ਸੰਵਿਧਾਨ ਨੇ ਸਿਰਫ ਇੰਨਾ ਲਿਖ ਕੇ ਛੱਡਤਾ, ਰਾਸ਼ਟਰਪਤੀ ਕਰਨਗੇ ਤੇ ਸਲਾਹ ਲੈਣਗੇ ਚੀਫ ਜਸਟਿਸ ਦੀ ਤੇ ਹੋਰ ਕੋਈ ਜੱਜਸ ਜਿਹੜੇ ਰਾਸ਼ਟਰਪਤੀ ਨੂੰ ਠੀਕ ਲੱਗਣ, ਜਿਨ੍ਹਾਂ ਤੋਂ ਪੁੱਛਣਾ ਉਹਨਾਂ ਨੂੰ ਠੀਕ ਲੱਗੇ। ਹੁਣ ਸਵਾਲ ਇਹ ਖੜੇ ਹੋਏ ਕਿ ਜਿਹੜੀ ਸਲਾਹ ਦਿੱਤੀ ਜਾ ਰਹੀ ਹੈ ਕੀ ਉਹ ਬਾਈਂਡਿੰਗ ਹੈ? ਜਿਹੜੀ ਇਹ ਸਲਾਹ ਤੁਹਾਡੇ ਸੀਜੀਆਈ ਦੇ ਰਹੇ ਹੈ ਜਾਂ ਬਾਕੀ ਜੱਜਸ ਦੇ ਰਹੇ ਹੈ, ਕਿ ਇਹ ਸਲਾਹ ਨੂੰ ਮੰਨਣਾ ਜ਼ਰੂਰੀ ਹੈ ਜਾਂ ਰਾਸ਼ਟਰਪਤੀ ਆਪਣੀ ਮਨਮਰਜ਼ੀ ਕਰ ਸਕਦੇ ਆ? ਠੀਕ ਹੈ, ਕੀ ਹੋ ਸਕਦਾ? ਤੇ ਜੇ ਹੋਰ ਜੱਜਸ ਤੋਂ ਪੁੱਛਣਾ ਤਾਂ ਕਿੰਨੇ ਜੱਜਸ ਨੂੰ ਹੋਰ ਪੁੱਛ ਸਕਦੇ ਆ? ਕਿ ਮੈਂ 2 ਜੱਜਸ ਹੋਰ ਨੂੰ ਪੁੱਛ ਸਕਦਾ, 10 ਨੂੰ ਪੁੱਛ ਸਕਦਾ, 30 ਨੂੰ ਪੁੱਛ ਸਕਦਾ, ਕਿੰਨੇ ਜੱਜਸ ਦੀ ਮੈਂ ਹੋਰ ਸਲਾਹ ਲੈ ਸਕਦਾ? ਇਹਦੀ ਕੋਈ ਲਿਮਿਟ ਹੈਗੀ ਹੈ? ਨਹੀਂ ਹੈਗੀ। ਤੇ ਇਹਦੇ ਉੱਤੇ ਨਾ ਜਦ ਤੋਂ ਆਪਣਾ ਸੰਵਿਧਾਨ ਲਾਗੂ ਹੋਇਆ 1950 ਤੋਂ ਵਾਰੀ-ਵਾਰੀ ਕੇਸ ਹੋਏ ਇਹਦੇ ਉੱਤੇ। ਦੇਖੋ ਹੁੰਦਾ ਕਿ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦੱਸਦਾ, ਸੁਪਰੀਮ ਕੋਰਟ ਦਾ ਇੱਕ ਹੋਰ ਬਹੁਤ ਵੱਡਾ ਕੰਮ ਜੋ ਹੈ, ਕਦੀ ਵੀ ਕਿਸੇ ਵੀ ਚੀਜ਼ ਉੱਤੇ ਸਵਾਲ ਹੋਵੇ ਨਾ ਸੰਵਿਧਾਨ ਦੇ ਅੰਦਰ ਜੋ ਵੀ ਲਿਖਿਆ, ਕਿਸੇ ਵੀ ਚੀਜ਼ ਉੱਤੇ ਆਪਾਂ ਨੂੰ ਕਦੀ ਵੀ ਸਵਾਲ ਖੜਾ ਹੋਵੇ ਕਿ ਇਹਦਾ ਮਤਲਬ ਕੀ ਹੋਊਗਾ। ਦੇਖੋ ਆਪਣੇ ਸੰਵਿਧਾਨ ਦੇ ਅੰਦਰ ਧਾਰਾ ਕਿਹੜੀ ਧਾਰਾ 143 ਹੈ, ਹਾਂ ਆਰਟੀਕਲ 143 ਧਾਰਾ 143 ਇਹਦੇ ਅੰਦਰ ਲਿਖਿਆ ਹੋਇਆ ਹੈ ਕਿ ਜੇ ਕਿਸੇ ਵੀ ਪਰਸਨ ਨੂੰ ਕਦੀ ਵੀ ਕੋਈ ਵੀ ਸਵਾਲ ਹੋਵੇ ਕਿ ਆ ਸੰਵਿਧਾਨ ਦੇ ਅੰਦਰ ਲਿਖੀ ਹੋਈ ਲਾਈਨ ਦਾ ਮਤਲਬ ਕੀ ਹੈ, ਤਾਂ ਉਹ ਬੰਦਾ ਹਮੇਸ਼ਾ ਪੂਰੇ ਭਾਰਤ ਵਿੱਚ ਸਿਰਫ ਸੁਪਰੀਮ ਕੋਰਟ ਕੋਲ ਇਹ ਪਾਵਰ ਹੈ ਕਿ ਉਹ ਦੱਸ ਸਕਦੀ ਹੈ ਕਿ ਇਸ ਲਾਈਨ ਦਾ ਮਤਲਬ ਕੀ ਹੈ। ਨਾ ਇਹ ਪਾਵਰ ਤੁਹਾਡੇ ਰਾਸ਼ਟਰਪਤੀ ਕੋਲੇ ਹੈ, ਨਾ ਇਹ ਪਾਵਰ ਤੁਹਾਡੇ ਸੰਸਦ ਕੋਲੇ, ਹੋਰ ਕਿਸੇ ਕੋਲੇ ਪਾਵਰ ਨਹੀਂ ਹੈ। ਇਹ ਸਿਰਫ ਤੇ ਸਿਰਫ ਸੁਪਰੀਮ ਕੋਰਟ ਕੋਲੇ। ਚਾਹੇ ਤੁਹਾਨੂੰ ਸਟੇਟ ਦੇ ਅੰਦਰ ਕੋਈ ਡਾਊਟ ਹੋਵੇ, ਤੁਹਾਨੂੰ ਜੇ ਡਾਊਟ ਹੈ ਤੁਸੀਂ ਹਮੇਸ਼ਾ ਸੁਪਰੀਮ ਕੋਰਟ ਜਾ ਸਕਦੇ ਹੋ। ਸੁਪਰੀਮ ਕੋਰਟ ਜਾਓਗੇ, ਉੱਥੇ ਜਾ ਕੇ ਤੁਸੀਂ ਸਵਾਲ ਪੁੱਛੋਗੇ ਕਿ ਇਸ ਲਾਈਨ ਦਾ ਮਤਲਬ ਕੀ ਹੈ, ਉਹ ਲਾਈਨ ਦਾ ਮਤਲਬ ਦੱਸਣਗੇ ਤੇ ਇਸ ਤਰੀਕੇ ਨਾਲ ਸਾਰਾ ਕੁਝ ਹੋਊਗਾ। ਠੀਕ ਹੈ, ਇਹ ਸਾਰੀ ਦੀ ਸਾਰੀ ਚੀਜ਼ ਇੱਥੇ ਹੋਊਗੀ। ਤਾਂ ਇਹ ਜਿਹੜੀ ਸਾਰੀ ਦੀ ਸਾਰੀ ਚੀਜ਼ ਹੈ, ਇਹ ਤੀਜਾ ਜੱਜਾਂ ਦਾ ਜਿਹੜਾ ਕੇਸ ਹੈ, ਇੱਥੇ ਜਾ ਕੇ ਇੱਕ ਫੈਸਲਾ ਹੈ, ਮਤਲਬ ਥਰਡ ਜੱਜਸ ਕੇਸ ਇਹਨੂੰ ਇੰਗਲਿਸ਼ ਕਹਿੰਦੇ ਆ। ਅੱਜ ਤੱਕ ਟੋਟਲ 4 ਕੇਸ ਹੋਏ ਆ, ਬਾਅਦ ਚ ਇੱਕ ਹੋਰ ਵੀ ਚੀਜ਼ ਹੋਈ ਸੀ। ਉਦੋਂ ਪਹਿਲਾਂ 2 ਫਰਸਟ ਜੱਜ ਕੇਸ ਹੋਇਆ, ਫਿਰ ਸੈਕੰਡ ਜੱਜ ਕੇਸ ਹੋਇਆ, ਫਿਰ ਥਰਡ ਜੱਜ ਕੇਸ ਆਇਆ। ਤੀਜਾ ਜੱਜਾਂ ਦਾ ਜਿਹੜਾ ਕੇਸ ਸੀ, ਇਹਦੇ ਅੰਦਰ ਜਾ ਕੇ ਇੱਕ ਸਿਸਟਮ ਬਣਾ ਦਿੱਤਾ ਗਿਆ ਜਿਹਦੇ ਅੰਦਰ ਆ ਸਾਰੇ ਸਵਾਲਾਂ ਦਾ ਆਨਸਰ ਮਿਲ ਜਾਏ ਆਪਾਂ ਨੂੰ ਤੇ ਆ ਸਿਸਟਮ ਸੌਰਟ ਹੋ ਜਾਏ। ਇਹਦਾ ਕੀ ਹੈ ਕਿ ਸਭ ਤੋਂ ਪਹਿਲੀ ਗੱਲ ਤਾਂ ਇਸ ਤੀਜੇ ਜੱਜ ਦੇ ਕੇਸ 'ਚ ਇਹ ਬੋਲ ਦਿੱਤੀ ਗਈ ਕਿ ਜਿਹੜੀ ਇਹ ਸਲਾਹ ਦਿੱਤੀ ਜਾ ਰਹੀ ਹੈ ਨਾ, ਇਹ ਸਲਾਹ ਬਾਈਂਡਿੰਗ ਹੋਗੀ। ਯਾਨੀ ਕਿ ਜੋ ਵੀ ਸਲਾਹ ਆਹ ਜੱਜਾਂ ਨੇ ਦਿੱਤੀ ਹੈ, ਤੁਹਾਡੇ ਰਾਸ਼ਟਰਪਤੀ ਨੂੰ ਸਲਾਹ ਮੰਨਣੀ ਹੀ ਮੰਨਣੀ ਪੈਣੀ ਹੈ। ਰਾਸ਼ਟਰਪਤੀ ਆਪਣੀ ਮਨਮਰਜ਼ੀ ਨਹੀਂ ਕਰ ਸਕਦਾ। ਦੂਜੀ ਸਾਈਡ ਤੇ ਕਿੱਦਾਂ ਹੁਣ ਸਲਾਹ ਕੌਣ ਦਊਗਾ, ਕਿੰਨੇ ਜੱਜ ਦੇਣਗੇ, ਇਹ ਸਵਾਲ ਤਾਂ ਹਜੇ ਵੀ ਰਿਹਾ। ਇਹਦੇ ਲਈ ਇੱਕ ਸਿਸਟਮ ਬਣਾ ਦਿੱਤਾ ਗਿਆ ਇਹਦੇ ਅੰਦਰ, ਜਿਹਨੂੰ ਆਪਾਂ ਕਹਿੰਦੇ ਆ ਕੋਲੀਜੀਅਮ ਸਿਸਟਮ। ਹੁਣ ਇਹ ਕੋਲੀਜੀਅਮ ਸਿਸਟਮ ਕੀ ਹੈ, ਇਹਦੇ ਬਾਰੇ ਆਪਾਂ ਪੜ੍ਹਦੇ ਹਾਂ। ਠੀਕ ਹੈ, ਸੁਪਰੀਮ ਕੋਰਟ ਦੇ ਆਪਾਂ ਕੋਲੀਜੀਅਮ ਸਿਸਟਮ ਬਾਰੇ ਇੱਥੇ ਪੜਾਂਗੇ ਤੇ ਮੈਂ ਤੁਹਾਨੂੰ ਉਦੋਂ ਬਾਅਦ ਫਰਕ ਦੱਸ ਦੂੰਗਾ ਕਿ ਫਰਕ ਕਿੱਥੇ ਹੈ। ਹਾਈ ਕੋਰਟ ਦੇ ਜੱਜ ਕਿੱਦਾਂ ਅਪਾਇੰਟ ਹੁੰਦੇ ਆ, ਬਸ ਉਹ ਛੋਟਾ ਜਿਹਾ ਫਰਕ ਹੈ, ਬਸ ਉਹ ਦੱਸ ਦੂੰਗਾ ਉਸ ਤੋਂ ਬਾਅਦ। ਹੁਣ ਜਿਹੜੇ ਸੁਪਰੀਮ ਕੋਰਟ ਦੇ ਜੱਜ ਹੈ, ਇਹਨਾਂ ਨੂੰ ਅਪਾਇੰਟ ਕਰਨ ਲਈ ਇੱਕ ਜੱਜਾਂ ਦੀ ਬੋਡੀ ਬਣਾਈ ਜਾਂਦੀ ਹੈ। ਮਤਲਬ ਜਿਹੜੇ ਨਵੇਂ ਹੁਣ ਜੱਜ ਅਪਾਇੰਟ ਕਰਨੇ ਆ
ਇੱਕ ਜਿਹੜੇ ਹੁਣੇ ਜੱਜ ਬਣੇ ਹੋਏ ਆ ਉਹਨਾਂ ਤੁਹਾਡਾ ਸੀਜੀਆਈ ਹੋਊਗਾ, ਠੀਕ ਹੈ। ਫਿਰ ਇਹਦੇ ਇਲਾਵਾ ਸੁਪਰੀਮ ਕੋਰਟ ਦੇ ਹੀ, ਹਾਈ ਕੋਰਟ ਦੇ ਨਹੀਂ, ਇੱਥੇ ਤਾਂ ਜਿਵੇਂ ਆਪਣੇ ਸੰਵਿਧਾਨ ਦੇ ਅੰਦਰ ਰਾਸ਼ਟਰਪਤੀ ਨੂੰ ਫਰੀडम ਦਿੱਤੀ ਸੀ ਕਿ ਉਹ ਹਾਈ ਕੋਰਟ ਦੇ ਜੱਜਾਂ ਤੋਂ ਵੀ ਸਲਾਹ ਲੈ ਸਕਦਾ ਹੈ, ਪਰ ਜਿਹੜਾ ਆਪਾਂ ਤੀਜੇ ਜੱਜ ਦੀ ਕੇਸ ਤੋਂ ਆਹ ਬੋਡੀ ਬਣਾਈ, ਇਹਦੇ ਅੰਦਰ ਸੀਜੀਆਈ ਹੋਊਗਾ ਤੇ 4 ਹੋਰ ਜੱਜਸ ਹੋਣਗੇ, ਪਰ ਇਹ ਚਾਰੋਂ ਜੱਜ ਤੁਹਾਡੇ ਸੁਪਰੀਮ ਕੋਰਟ ਦੇ ਹੀ ਹੋਣਗੇ। ਸੁਪਰੀਮ ਕੋਰਟ ਦੇ ਜਿਹੜੇ ਸਭ ਤੋਂ ਸੀਨੀਅਰ ਜੱਜ ਹੈ। ਦੇਖੋ ਵੈਸੇ ਤਾਂ ਸੁਪਰੀਮ ਕੋਰਟ ਸਭ ਤੋਂ ਸੀਨੀਅਰ, ਸਭ ਤੋਂ ਵੱਡਾ ਜਿਹੜਾ ਜੱਜ ਹੁੰਦਾ ਉਹ ਆਪਣੇ ਆਪ ਹੀ ਸੀਜੀਆਈ ਹੁੰਦਾ। ਉਹ ਸੀਜੀਆਈ ਤੋਂ ਬਾਅਦ ਯਾਨੀ ਕਿ ਇੱਕ ਤਰੀਕੇ ਨਾਲ ਸੁਪਰੀਮ ਕੋਰਟ ਦੇ ਜਿਹੜੇ ਟੌਪ ਦੇ 5 ਜੱਜ ਹੈ, ਉਹ ਸਾਰੇ ਦੇ ਸਾਰੇ ਇਸ ਬੋਡੀ ਦਾ ਪਾਰਟ ਹੈ। ਇਹ 5 ਜੱਜ ਬੈਠਣਗੇ, ਸੀਜੀਆਈ +4 ਲਿਖਿਆ ਹੋਇਆ ਆਪਾਂ, ਇਹ 5 ਜੱਜ ਬੈਠਣਗੇ ਤੇ ਇਹ ਫੈਸਲਾ ਕਰਨਗੇ ਕਿ ਹੁਣ ਆਪਾਂ ਅੱਗੇ ਕਿਹਨੂੰ ਨੋਮੀਨੇਟ ਕਰੀਏ, ਕਿਹਨੂੰ ਆਪਾਂ ਜੱਜ ਬਣਾਈਏ ਸੁਪਰੀਮ ਕੋਰਟ ਦੇ ਅੰਦਰ। ਤਾਂ ਇਹ ਮਤਲਬ ਸੁਪਰੀਮ ਕੋਰਟ ਦੇ ਹੁਣ ਦੇ ਜੱਜ ਫੈਸਲਾ ਕਰਦੇ ਆ ਕਿ ਅੱਗੇ ਕੌਣ ਜੱਜ ਬਣੂਗਾ, ਠੀਕ ਹੈ। ਉਹਨਾਂ ਦਾ ਨਾਮ ਰਾਸ਼ਟਰਪਤੀ ਨੂੰ ਭੇਜਿਆ ਜਾਂਦਾ ਹੈ। ਤਾਂ ਜੇ ਕਿਸ ਦਾ ਨਾਮ ਭੇਜਣਾ ਹੈ ਤਾਂ ਕਿੰਨੇ ਲੋਕਾਂ ਦੀ ਇਹਨਾਂ ਵਿੱਚੋਂ ਮਨਜ਼ੂਰੀ ਚਾਹੀਦੀ ਹੈ। ਦੇਖੋ ਆਹ ਆਪਾਂ ਸੀਜੀਆਈ, ਜੇ ਮੈਂ ਤੁਹਾਨੂੰ ਕਿਹਾ ਕਿ 5 ਸਭ ਤੋਂ ਸੀਨੀਅਰ ਜੱਜ ਹੈ, ਤਾਂ ਆਪਾਂ ਸੀਜੀਆਈ ਦਾ ਨਾਮ ਅੱਡ ਕਿਉਂ ਲਿਖਿਆ? ਇਹ ਇਸ ਲਈ ਲਿਖਿਆ ਕਿਉਂਕਿ ਇਹ 3rd ਜੱਜ ਕੇਸ 'ਚ ਇਹ ਵੀ ਕੱਢਿਆ ਗਿਆ ਕਿ ਦੇਖੋ ਆਪਣੇ ਸੰਵਿਧਾਨ ਵਿੱਚ ਸੁਪਰੀਮ ਕੋਰਟ ਦੇ ਸੀਜੀਆਈ ਦਾ ਨਾਮ ਅੱਡ ਤੋਂ ਲਿਖਿਆ ਤੇ ਬਾਕੀ ਜੱਜਸ ਦਾ ਨਾਮ ਅੱਡ ਤੋਂ ਲਿਖਿਆ। ਇਹਦਾ ਇਹ ਮਤਲਬ ਹੈ ਕਿ ਚੀਫ ਜਸਟਿਸ ਆਫ ਇੰਡੀਆ ਦੀ ਅੱਡ ਤੋਂ ਮਨਜ਼ੂਰੀ ਚਾਹੀਦੀ ਹੈ, ਫਿਰ ਹੀ ਮੰਨਿਆ ਜਾਊਗਾ ਨਾਮ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਵੀ ਦਿੰਨਾ, ਦੇਖੋ ਆਹ ਜਿਵੇਂ ਇੱਕ ਲਿਸਟ ਆਈ, ਇਸ ਲਿਸਟ ਦੇ ਅੰਦਰ 3 ਨਾਮ ਹੈ, ਠੀਕ ਹੈ। ਹੁਣ ਰਾਸ਼ਟਰਪਤੀ ਨੇ ਕਿਹਾ ਕਿ ਦੇਖੋ ਮੈਨੂੰ ਕੋਈ ਇੱਕ ਬੰਦਾ ਦੱਸੋ ਕਿਹੜੇ ਬੰਦੇ ਨੂੰ ਮੈਂ ਜੱਜ ਲਗਾਵਾਂ, ਤਾਂ ਇਹ ਕੀ ਆ, ਲਿਸਟ ਨੂੰ ਲੈ ਕੇ ਬਹਿ ਜਾਣਗੇ, ਠੀਕ ਹੈ। ਕੋਲੀਜੀਅਮ ਬਹਿ ਜਾਊਗਾ, ਯਾਨੀ ਕਿ ਸੀਜੀਆਈ ਬਹਿ ਗਿਆ ਤੇ 4 ਹੋਰ ਜੱਜਸ ਬਹਿ ਗਏ ਤੇ ਇਹ ਤਿੰਨਾਂ ਤੇ ਸਲਾਹ ਕਰਨੀ ਸ਼ੁਰੂ ਕਰਨਗੇ। ਸੋ ਜਿਹੜਾ ਪਹਿਲਾ ਨਾਮ ਸੀ ਇਹ ਬੰਦਾ ਸੀ, ਪਰ ਆ ਬਾਕੀ ਜਿਹੜੇ 4 ਜੱਜ ਹੈ ਇਹ ਕਹਿ ਰਹੇ ਕਿ ਨਹੀਂ ਅਸੀਂ ਇਹਨੂੰ ਅਪਾਇੰਟ ਕਰਨਾ। ਵੈਸੇ ਜੇ ਤੁਸੀਂ ਮੈਜੋਰਿਟੀ ਦੇਖੋਗੇ ਆ 4 ਦੇ ਬਦਲੇ ਆ 1 ਦੀ ਮੈਜੋਰਿਟੀ, ਇਹ ਤਾਂ ਸਾਰੇ ਇਕੱਠੇ ਹੋਏ ਨਾ, ਇਹ ਤਾਂ ਵੀ ਇਹ ਬੰਦਾ ਅਪਾਇੰਟ ਨਹੀਂ ਹੋਊਗਾ। ਆਪਣੇ ਕੋਲੀਜੀਅਮ ਸਿਸਟਮ ਦਾ ਇਹ ਕਹਿਣਾ ਹੈ ਕਿ ਇੱਕ ਤਾਂ ਸੀਜੀਆਈ ਅਪਰੂਵ ਕਰੇ ਤੇ ਆਹ 4 ਬੰਦਿਆਂ ਵਿੱਚੋਂ ਮੈਜੋਰਿਟੀ ਬਣੇ। 4 ਬੰਦਿਆਂ ਦੀ ਮੈਜੋਰਿਟੀ ਹੁੰਦੀ ਹੈ 3, ਤਾਂ ਇੱਥੇ 3 ਦੀ ਮੈਜੋਰਿਟੀ, ਤਾਂ ਲੈਟਸ ਸਪੋਜ਼ ਆਹ ਤੀਜਾ ਬੰਦਾ ਹੈ, ਤੀਜੇ ਬੰਦੇ ਲਈ ਇਹਨਾਂ ਵਿੱਚੋਂ ਕੋਈ ਇੱਕ ਮਨਾ ਕਰ ਗਿਆ ਪਰ ਬਾਕੀ 3 ਮੰਨ ਗਏ ਤੇ ਇੱਕ ਸੀਜੀਆਈ ਮੰਨ ਗਿਆ। ਇਹ ਬੰਦੇ ਦਾ ਨਾਮ ਤੁਹਾਡੇ ਰਾਸ਼ਟਰਪਤੀ ਕੋਲ ਭੇਜ ਦਿੱਤਾ ਜਾਊਗਾ। ਜੇ ਰਾਸ਼ਟਰਪਤੀ ਨੂੰ ਵੀ ਪਸੰਦ ਆਇਆ, ਰਾਸ਼ਟਰਪਤੀ ਸਾਈਨ ਕਰ ਦੂਗਾ ਤੇ ਉਹ ਬੰਦਾ ਜੱਜ ਅਪਾਇੰਟ ਕਰ ਦਿੱਤਾ ਜਾਊਗਾ, ਠੀਕ ਹੈ। ਇਸ ਤਰੀਕੇ ਨਾਲ ਤੁਹਾਡੇ ਜੱਜ ਅਪਾਇੰਟ ਹੁੰਦੇ ਆ। ਜੱਜਾਂ ਦੀ ਕੀ ਕੁਆਲੀਫਿਕੇਸ਼ਨ ਹੁੰਦੀ ਹੈ, ਬੇਸਿਕਲੀ ਭਾਰਤ ਦੇ ਨਾਗਰਿਕ ਹੋਣੇ ਚਾਹੀਦੇ ਆ, ਕੋਈ ਮਿਨੀਮਮ ਏਜ ਨਹੀਂ ਹੁੰਦੀ ਜੱਜ ਦੇ ਅਪਾਇੰਟਮੈਂਟ ਦੀ, ਕੋਈ ਵੀ ਮਿਨੀਮਮ ਏਜ ਤੋਂ ਵੀ ਜੱਜ ਅਪਾਇੰਟ ਹੋ ਸਕਦਾ। ਬਸ ਉਹਦੀ ਕੁਆਲੀਫਿਕੇਸ਼ਨ ਇਦਾਂ ਦੀ ਹੁੰਦੀ ਹੈ ਕਿ ਉਹ 5 ਸਾਲ ਜਾਂ ਤਾਂ ਹਾਈ ਕੋਰਟ ਦਾ ਜੱਜ ਰਿਹਾ ਹੋਵੇ, ਠੀਕ ਹੈ, ਮਤਲਬ ਹਾਈ ਕੋਰਟ ਦੇ ਲੈਵਲ ਤੇ 5 ਸਾਲ ਘੱਟੋ ਘੱਟ ਜੱਜ ਰਿਹਾ ਹੋਵੇ, 10 ਸਾਲ ਉਹਨੇ ਹਾਈ ਕੋਰਟ ਵਿੱਚ ਐਡਵੋਕੇਟ ਦੀ ਪ੍ਰੈਕਟਿਸ ਕੀਤੀ ਹੋਵੇ, ਜਾਂ ਉਹ ਇੱਕ ਡਿਸਟਿੰਗੁਇਸ਼ਡ ਜੂਰਿਸਟ ਰਿਹਾ ਹੋਵੇ। ਡਿਸਟਿੰਗੁਇਸ਼ਡ ਜੂਰਿਸਟ ਦਾ ਕੀ ਮਤਲਬ ਹੈ, ਜਿਹੜੇ ਬੰਦੇ ਨੂੰ ਲਾਅ ਦੀ ਬਹੁਤ ਨੌਲੇਜ ਹੈ। ਰਾਸ਼ਟਰਪਤੀ ਦੇ ਮੁਤਾਬਿਕ ਕੋਈ ਇਦਾਂ ਦਾ ਬੰਦਾ ਜਿਹਨੂੰ ਲਾਅ ਦੀ ਬਹੁਤ ਨੌਲੇਜ ਹੈ, ਰਾਸ਼ਟਰਪਤੀ ਉਸ ਬੰਦੇ ਨੂੰ ਵੀ ਅਪਾਇੰਟ ਕਰਵਾ ਸਕਦੇ ਆ ਤੁਹਾਡੇ ਸੁਪਰੀਮ ਕੋਰਟ ਦੇ ਜੱਜ ਦੇ ਤੌਰ ਤੇ। ਹੁਣ ਦੇਖੋ ਜਿਹੜਾ ਕੋਲੀਜੀਅਮ ਮੈਂ ਤੁਹਾਨੂੰ ਦੱਸਿਆ ਸੀ, ਹਾਈ ਕੋਰਟ ਵਿੱਚ ਥੋੜਾ ਜਿਹਾ ਫਰਕ ਆਂਦਾ। ਹਾਈ ਕੋਰਟ ਵਿੱਚ ਆ ਜਿਹੜਾ ਕੋਲੀਜੀਅਮ ਹੈ ਇਹਦੇ ਅੰਦਰ ਸੀਜੀਆਈ +2 ਹੋ ਜਾਂਦੇ ਆ, ਠੀਕ ਹੈ, ਸਿਰਫ 2 ਹੋ ਜਾਂਦੇ ਆ ਤੇ ਅਪਰੂਵਲ ਚਾਹੀਦਾ ਸੀਜੀਆਈ +1 ਦਾ। ਇਹਦੇ ਇਲਾਵਾ ਜਿਹੜੇ ਹਰ ਸਟੇਟ ਦੇ ਅੰਦਰ ਗਵਰਨਰ ਹੁੰਦਾ, ਗਵਰਨਰ ਤੋਂ ਸਲਾਹ ਲਿੱਤੀ ਜਾਂਦੀ ਹੈ ਤੇ ਉਸ ਸਟੇਟ ਦੇ ਅੰਦਰ ਦੇਖੋ, ਹੁਣ ਮੈਂ ਤੁਹਾਨੂੰ ਦੱਸਿਆ ਸੀ ਸਟੇਟ ਦੇ ਅੰਦਰ ਜਿਹੜਾ ਹਾਈ ਕੋਰਟ ਹੈ, ਹੁਣ ਹਾਈ ਕੋਰਟ ਦਾ ਵੀ ਤਾਂ ਆਪਣਾ ਕੋਈ ਨਾ ਕੋਈ ਚੀਫ ਹੋਊਗਾ, ਜਿਹੜਾ ਉਸ ਹਾਈ ਕੋਰਟ ਜਿਹੜੇ ਵੀ ਤੁਸੀਂ ਉਹਦੇ ਅੰਦਰ ਜਿਹੜਾ ਵੀ ਤੁਹਾਡਾ ਚੀਫ ਜਸਟਿਸ ਹੋਊਗਾ, ਚੀਫ ਜਸਟਿਸ ਆਫ ਹਾਈ ਕੋਰਟ, ਜਿਹੜੇ ਵੀ ਹਾਈ ਕੋਰਟ ਨੂੰ ਤੁਸੀਂ ਅਪਾਇੰਟ ਕਰ ਰਹੇ ਹੋ ਉਹਦੇ ਅੰਦਰ ਜਿਹੜਾ ਤੁਹਾਡਾ ਚੀਫ ਜਸਟਿਸ ਹੋਊਗਾ, ਤਾਂ ਇਹਨਾਂ ਦੋਨਾਂ ਤੋਂ ਬਸ ਪੁੱਛ ਲੈਂਦਾ ਰਾਸ਼ਟਰਪਤੀ। ਰਾਸ਼ਟਰਪਤੀ ਪੁੱਛਦਾ ਇਹਨਾਂ ਤੋਂ, ਗਵਰਨਰ ਜਿਹੜਾ ਵੀ ਉਹ ਸਟੇਟ ਦਾ ਹੋਊਗਾ ਕਿ ਤੁਹਾਨੂੰ ਮਨਜ਼ੂਰ ਹੈ ਅਸੀਂ ਇਸ ਬੰਦੇ ਨੂੰ ਅਪਾਇੰਟ ਕਰਨ ਲੱਗੇ ਹਾਂ ਤੁਹਾਡੇ ਹਾਈ ਕੋਰਟ 'ਚ। ਚੀਫ ਜਸਟਿਸ ਉਸ ਹਾਈ ਕੋਰਟ ਦੇ ਤੋਂ ਪੁੱਛ ਲੂਗਾ ਕਿ ਤੁਹਾਨੂੰ ਮਨਜ਼ੂਰ ਹੈ ਅਸੀਂ ਇਸ ਬੰਦੇ ਨੂੰ ਅਪਾਇੰਟ ਕਰਨ ਲੱਗੇ ਹਾਂ ਤੁਹਾਡੇ ਹਾਈ ਕੋਰਟ 'ਚ। ਉਦੋਂ ਬਾਅਦ ਸੁਪਰੀਮ ਕੋਰਟ ਦਾ ਕੋਲੀਜੀਅਮ ਜੀ 2 ਸੀਨੀਅਰ ਜੱਜ ਹੋਣਗੇ ਤੇ ਸੀਜੇ ਖੁਦ ਹੋਊਗਾ, ਇਹ ਬਹਿ ਕੇ ਫੈਸਲਾ ਕਰਦੇ ਆ ਤੇ ਉਹਨਾਂ ਵਿੱਚ ਸੀਜੇ +1 ਨੇ ਜਿਹਦੇ ਨਾਮ ਦਾ ਅਪਰੂਵਲ ਦਿੱਤਾ ਉਹਦਾ ਨਾਮ ਰਾਸ਼ਟਰਪਤੀ ਨੂੰ। ਤਾਂ ਇਹ ਚੀਜ਼ ਯਾਦ ਰੱਖਿਓ, ਭਾਰਤ ਦੇ ਸੁਪਰੀਮ ਕੋਰਟ ਤੇ ਹਾਈ ਕੋਰਟ ਦੋਨਾਂ ਦੀ ਜੱਜਾਂ ਦੀ ਨਿਯੁਕਤੀ ਤੁਹਾਡਾ ਰਾਸ਼ਟਰਪਤੀ ਹੀ ਕਰਦਾ ਹੈ।
ਠੀਕ ਹੈ, ਉਹਨਾਂ ਦੇ ਅਪਾਇੰਟਮੈਂਟ ਲੈਟਰ ਉੱਤੇ ਸਾਈਨ ਜਿਹੜਾ ਹੈਗਾ ਉਹ ਰਾਸ਼ਟਰਪਤੀ ਹੀ ਕਰਦਾ ਹੈ। ਕਲੀਅਰ ਹੈ? ਇਹ ਸਾਰਾ ਦਾ ਸਾਰਾ ਇਸ ਚੀਜ਼ ਦਾ ਕਨਕਲੂਜਨ ਸੀ। ਹੁਣ ਇਹਦੇ ਇਲਾਵਾ ਹੋਰ ਕਿਸ ਤਰੀਕੇ ਨਾਲ ਇੰਡੀਪੈਂਡੈਂਟ ਹੋ ਸਕਦਾ ਹੈ? ਇੰਡੀਪੈਂਡੈਂਟ ਦਾ ਮਤਲਬ ਹੈ, ਮਤਲਬ ਹੋਰ ਕਿਸ ਤਰੀਕੇ ਨਾਲ ਹੋ ਸਕਦਾ ਹੈ, ਦੋ ਚੀਜ਼ਾਂ ਹੋਰ ਜਿਹੜੀ ਜੱਜਾਂ ਨੂੰ ਕੰਪਰੋਮਾਈਜ਼ ਕਰਵਾ ਸਕਦੀਆਂ, ਉਹਨਾਂ ਨੂੰ ਮਜਬੂਰੀ 'ਚ ਪਾ ਸਕਦੀਆਂ। ਇੱਕ ਤਾਂ ਹੈਗਾ ਕਿ ਜੇ ਜੱਜਾਂ ਨੂੰ ਆਰਾਮ ਨਾਲ ਹਟਾਇਆ ਜਾ ਸਕੇ ਹੋਵੇ, ਠੀਕ ਹੈ, ਜੇ ਉਹਨਾਂ ਨੂੰ ਹਟਾਉਣਾ, ਦੇਖੋ ਇੱਥੇ ਮੈਂ ਪੂਰਾ ਪ੍ਰੋਸੈਸ ਨਹੀਂ ਦੱਸਿਆ, ਪ੍ਰੋਸੈਸ ਆਪਣੇ ਆਪ 'ਚ ਬਹੁਤ ਹੀ ਲੰਬਾ ਹੈ, ਤੇ ਜਦੋਂ ਆਪਾਂ ਸੁਪਰੀਮ ਕੋਰਟ ਦਾ ਚੈਪਟਰ ਪੜਾਂਗੇ, ਹਾਈ ਕੋਰਟ ਦਾ ਚੈਪਟਰ ਪੜਾਂਗੇ, ਇਹੀ ਸੇਮ ਪ੍ਰੋਸੈਸ ਹੈ, ਕਿਉਂਕਿ ਸੁਪਰੀਮ ਕੋਰਟ ਦੇ ਜੱਜ ਵੀ ਉਦਾਂ ਹੀ ਰਿਮੂਵ ਹੁੰਦੇ ਆ, ਹਾਈ ਕੋਰਟ ਦੇ ਉਦਾਂ ਵੀ ਹੁੰਦੇ ਆ। ਫਿਰ ਆਪਾਂ ਇੱਕ ਪਹਿਲਾਂ ਆਫਿਸ ਪੜਿਆ ਸੀ ਚੀਫ ਇਲੈਕਸ਼ਨ ਕਮਿਸ਼ਨਰ, ਉਹ ਵੀ ਇਦਾਂ ਹੀ ਰਿਮੂਵ ਹੁੰਦਾ ਹੈ। UPSC ਦੇ ਚੇਅਰਮੈਨ ਵੀ ਇਦਾਂ ਹੀ ਰਿਮੂਵ ਹੁੰਦੇ ਆ, ਜਿਹੜੇ ਆ PPSC, ਇਹ ਸਾਰਿਆਂ ਦੇ ਚੇਅਰਮੈਨ ਵੀ ਇਦਾਂ ਹੀ ਰਿਮੂਵ ਹੁੰਦੇ, ਇੱਕੋ ਪ੍ਰੋਸੈਸ ਹੈ। ਉਹ ਪ੍ਰੋਸੈਸ ਆਪਾਂ ਡਿਟੇਲ 'ਚ ਪੜਾਂਗੇ ਜਦੋਂ ਆਪਾਂ ਮੇਨ ਸਬਜੈਕਟ ਪੜਾਂਗੇ। ਤਾਂ ਪਰ ਹਜੇ ਲਈ ਇਹ ਸਮਝ ਲਓ, ਠੀਕ ਹੈ, ਇਸੇ ਕਾਰਨ ਅੱਜ ਤੱਕ ਕੋਈ ਵੀ ਜੱਜ ਰਿਮੂਵ ਨਹੀਂ ਹੋਇਆ, ਕੋਈ ਵੀ ਜੱਜ ਅੱਜ ਤੱਕ ਰਿਮੂਵ ਨਹੀਂ ਹੋਇਆ। ਤਾਂ ਆਪਾਂ ਇੱਕ ਤਰੀਕੇ ਨਾਲ ਜੱਜਾਂ ਨੂੰ ਇਹ ਵੀ ਸਿਕਿਉਰਿਟੀ ਦਿੱਤੀ ਹੋਈ ਹੈ ਕਿ ਜੱਜਾਂ ਨੂੰ ਰਿਮੂਵ ਕਰਨਾ ਬਹੁਤ ਔਖਾ ਬਣਾਇਆ ਹੋਇਆ। ਹੁਣ ਜੱਜਾਂ ਨੂੰ ਆਪਾਂ ਜਦੋਂ ਰਿਮੂਵ ਕਰਨਾ ਔਖਾ ਬਣਾਤਾ ਨਾ, ਤਾਂ ਆਪਣੇ ਆਪ ਹੀ ਜੱਜ ਜੋ ਮਰਜ਼ੀ ਫੈਸਲਾ ਲੈ ਲੈਣ, ਚਾਹੇ ਸੰਸਦ ਦੇ ਖਿਲਾਫ ਲੈ ਲੈਣ, ਚਾਹੇ ਰਾਸ਼ਟਰਪਤੀ ਦੇ ਕਿਸੇ ਫੈਸਲੇ ਦੇ ਖਿਲਾਫ ਉਹ ਫੈਸਲਾ ਲੈ ਲੈਣ, ਪ੍ਰਧਾਨ ਮੰਤਰੀ ਦੇ ਖਿਲਾਫ ਕੋਈ ਫੈਸਲਾ ਲੈ ਲੈਣ, ਕੁਝ ਵੀ। ਰਾਸ਼ਟਰਪਤੀ ਨੂੰ ਕੋਈ ਕੁਝ ਨਹੀਂ ਬੋਲ ਸਕਦਾ, ਉਹ ਤੇ ਫੈਸਲਿਆਂ ਦੇ ਖਿਲਾਫ ਕੋਈ ਫੈਸਲਾ ਹੋ ਸਕਦਾ ਹੈ। ਰਾਸ਼ਟਰਪਤੀ ਨੂੰ ਆਪਣੇ ਭਾਰਤ 'ਚ ਕੋਈ ਸਵਾਲ ਨਹੀਂ ਚੱਕ ਸਕਦਾ, ਠੀਕ ਹੈ, ਓਕੇ ਓਕੇ, ਫਸਟ ਸਿਟੀਜ਼ਨ ਹੈ, ਹੋਰ ਵੀ ਚੀਜ਼ਾਂ, ਪ੍ਰਿਵਿਲੇਜ ਹੈ ਉਹਦੀ ਇੱਕ। ਪਰ ਹੋਰ ਕਿਸੇ ਦੇ ਵੀ ਖਿਲਾਫ ਤਾਂ ਕੋਈ ਵੀ ਮਿਨਿਸਟਰ, ਕੋਈ ਵੀ ਪਾਰਟੀ ਦੇ ਖਿਲਾਫ ਫੈਸਲਾ ਲੈ ਲੇ, ਕੁਝ ਵੀ, ਤਾਂ ਜੱਜਾਂ ਨੂੰ ਹਟਾਉਣਾ ਬਹੁਤ ਔਖਾ, ਜੱਜਾਂ ਨੂੰ ਹਟਾਉਣਾ ਹੀ ਇੰਪੋਸੀਬਲ ਹੈ। ਤੁਹਾਡੇ ਇੰਦਰਾ ਗਾਂਧੀ ਨੇ ਕੋਸ਼ਿਸ਼ ਕੀਤੀ ਸੀ, ਨਹੀਂ ਹਟਾ ਪਾਈ, ਕਿਉਂਕਿ ਇੰਨਾ ਔਖਾ ਪ੍ਰੋਸੈਸ ਕੀਤਾ ਹੋਇਆ, ਤਾਂ ਹੀ ਅੱਜ ਤੱਕ ਕੋਈ ਸੁਪਰੀਮ ਕੋਰਟ ਜਾਂ ਹਾਈ ਕੋਰਟ ਦਾ ਜੱਜ ਰਿਮੂਵ ਨਹੀਂ ਹੋਇਆ, ਠੀਕ ਹੈ। ਹਜੇ ਲਈ ਇੰਨੀ ਚੀਜ਼ ਯਾਦ ਰੱਖੋ। ਦੂਜੀ ਚੀਜ਼ ਹੈ, ਦੇਖੋ ਹੁਣ ਕਿਸੇ ਬੰਦੇ ਨੂੰ ਜੇ ਤੁਸੀਂ ਗੱਲ ਮਨਵਾਣੀ ਹੈ, ਇਦਾਂ ਵੀ ਤਾਂ ਹੋ ਸਕਦਾ ਉਹਦੀ ਤਨਖਾਹ ਰੋਕ ਦਿਓ। ਹੁਣ ਬਜਟ ਤਾਂ ਥੋੜੀ ਸੰਸਦ ਪਾਸ ਕਰਦੀ ਹੈ। ਹੁਣ ਜੇ ਸੰਸਦ ਜੱਜਾਂ ਨੂੰ ਸੈਲਰੀ ਨਾ ਦੇਵੇ, ਜਾਂ ਸੈਲਰੀ ਇਹ ਹੈ ਕਿ ਲੈਟਸ ਸਪੋਜ਼ ਜੱਜ ਆਪਣੇ 1 ਲੱਖ ਰੁਪਏ ਸੈਲਰੀ ਲੈਂਦਾ ਹੈ, ਆਪਾਂ ਜੱਜਾਂ ਦੀ ਸੈਲਰੀ ਘਟਾ ਕੇ 10 ਰੁਪਏ ਕਰ ਦਈਏ, ਠੀਕ ਹੈ, ਹੁਣ ਇਹ ਕੋਈ ਫੇਅਰ ਥੋੜੀ ਹੈ, ਠੀਕ ਹੈ। ਚਲੋ ਆਪਾਂ ਮਜਬੂਰੀਆਂ ਦਿਖਾ ਕੇ ਵੀ ਕਹੀਏ 70,000 ਵੀ ਕਰ ਦਈਏ, ਚਲੋ 30,000 ਵੀ ਕੱਟਤਾ, ਇਹ ਵੀ ਨਹੀਂ ਕਰ ਸਕਦੇ। 1 ਰੁਪਇਆ ਜੋ ਜੱਜ ਦੀ ਅਪਾਇੰਟਮੈਂਟ ਦੇ ਟਾਈਮ ਉਹਨੂੰ ਸੈਲਰੀ ਦੱਸੀ ਗਈ ਹੈ, ਤੇ ਉਦੋਂ ਬਾਅਦ ਟਾਈਮ ਟੂ ਟਾਈਮ ਜਿੰਨੀ ਵਧਾ ਦਿੱਤੀ ਗਈ ਹੈ, ਇੱਕ ਵਾਰੀ ਵਧਾਤੀ ਨਾ, ਜੱਜਾਂ ਦੀ ਸੈਲਰੀ ਨਹੀਂ ਘਟਾਈ ਜਾ ਸਕਦੀ ਅੰਟਿਲ, ਬਸ ਇੱਕੋ ਕੰਡੀਸ਼ਨ ਹੈ, ਜਦ ਤੱਕ ਆਪਣੇ ਦੇਸ਼ ਦੇ ਅੰਦਰ ਆਰਥਿਕ ਐਮਰਜੈਂਸੀ ਨਹੀਂ ਲੱਗਦੀ, ਯਾਨੀ ਕਿ ਆਪਣੀ ਫਾਈਨੈਂਸ਼ੀਅਲ ਐਮਰਜੈਂਸੀ ਨਹੀਂ ਲੱਗਦੀ, ਯਾਨੀ ਕਿ ਆਪਣੇ ਭਾਰਤ ਕੋਲੇ ਪੈਸੇ ਨਹੀਂ ਹੈ, ਉਹਦੇ ਚੱਕਰ 'ਚ ਆਪਾਂ ਐਮਰਜੈਂਸੀ ਲਗਾਈ ਹੈ। ਜੇ ਉਹ ਨਹੀਂ ਲੱਗੀ ਹੋਈ ਤਾਂ ਇਹਦਾ ਹਿੱਸਾ ਹੁੰਦਾ, ਜਿਹਨੂੰ ਕਹਿੰਦੇ ਆ ਚਾਰਜਡ ਔਨ, ਪੰਜਾਬੀ 'ਚ ਕਹਾਂਗੇ ਤੇ ਚਾਰਜ, ਠੀਕ ਹੈ, ਇੰਗਲਿਸ਼ 'ਚ ਚਾਰਜਡ ਔਨ। ਇਹ ਸੈਕਸ਼ਨ ਹੀ ਇੱਕ ਅੱਡ ਬਜਟ ਦਾ ਹਿੱਸਾ ਹੁੰਦਾ ਹੈ। ਇਹ ਬਜਟ ਦਾ ਕੀ ਹਿੱਸਾ ਹੁੰਦਾ? ਇਹਦੇ ਉੱਤੇ ਜਦੋਂ ਦੇਖੋ ਸੰਸਦ ਦੇ ਅੰਦਰ ਬਜਟ ਪੇਸ਼ ਹੁੰਦਾ ਹੈ, ਬਜਟ ਉੱਤੇ ਵੈਸੇ ਸੰਸਦ ਦੀ ਮਰਜ਼ੀ ਹੁੰਦੀ ਹੈ ਕਿਹੜੇ ਹਿੱਸੇ ਨੂੰ ਕਿੰਨਾ ਬਜਟ ਦੇਣਾ। ਕਿਸੇ ਚੀਜ਼ ਦਾ ਬਜਟ ਜ਼ਿਆਦਾ ਲੱਗਦਾ, ਘੱਟ ਵੀ ਕਰ ਸਕਦੇ, ਕਿਸੇ ਦਾ ਘੱਟ ਲੱਗਦਾ, ਵਧਾ ਵੀ ਸਕਦੇ, ਸਾਰੀ ਮਰਜ਼ੀ ਉਹਨਾਂ ਦੀ ਹੈ। ਪਰ ਜਿਹੜਾ ਆਹ ਚਾਰਜ ਔਨ ਸੈਕਸ਼ਨ ਹੈ ਨਾ, ਇਹ ਤੇ ਕੀ ਫਰਕ ਪੈਂਦਾ ਹੈ? ਇਹ ਇਦਾਂ ਦਾ ਸੈਕਸ਼ਨ ਹੈ ਜਿਹਦੇ ਉੱਤੇ ਤੁਸੀਂ ਡਿਬੇਟ ਕਰ ਸਕਦੇ ਹੋ, ਡਿਸਕਸ ਕਰ ਸਕਦੇ ਹੋ ਕਿ ਆਪਾਂ ਇੰਨੀਆਂ ਤਨਖਾਹਾਂ ਦਿੰਨੇ ਆ, ਕੀ ਦਿੰਨੇ ਆ, ਕੁਝ ਵੀ ਦਿੰਨੇ ਆ, ਡਿਸਕਸ ਕਰ ਲਓ। ਡਿਸਕਸ ਕਰਨ ਤੋਂ ਬਾਅਦ ਇਹ ਹਿੱਸਾ ਪਾਸ ਕਰਨਾ ਹੀ ਪੈਣਾ, ਇਹਦੇ ਵਿੱਚ ਤੁਸੀਂ ਕੋਈ ਕਟੌਤੀ ਕਰ ਹੀ ਨਹੀਂ ਸਕਦੇ। ਤਾਂ ਹੁਣ ਜੱਜਾਂ ਨੂੰ ਜਿੰਨਾ ਮਰਜ਼ੀ ਕਹਿ ਦਿਓ ਕਿ ਆਪਾਂ ਜੱਜਾਂ ਨੂੰ 1 ਲੱਖ ਰੁਪਏ ਸੈਲਰੀ ਕਿਉਂ ਦੇ ਰਹੇ ਹਾਂ, 70,000 ਵੀ ਤਾਂ ਦੇ ਸਕਦੇ, ਬਸ ਪਾਸ ਤਾਂ ਵੀ ਤੁਹਾਨੂੰ 1 ਲੱਖ ਰੁਪਏ ਕਰਨੀ ਪੈਣੀ ਹੈ। ਤਾਂ ਜੱਜ ਨੂੰ ਪਤਾ ਹੈ ਕਿ ਮੈਂ ਇੱਕ ਵਾਰੀ ਕੁਰਸੀ ਤੇ ਬੈਠਾ ਹਾਂ, ਮੈਨੂੰ ਹਟਾਉਣਾ ਵੀ ਬਹੁਤ ਔਖਾ ਹੈ, ਤੇ ਮੇਰੀ ਸੈਲਰੀ ਨੂੰ ਵੀ ਕੁਝ ਨਹੀਂ ਹੋਣ ਲੱਗਿਆ, ਤਾਂ ਮੈਂ ਆਰਾਮ ਨਾਲ ਜੋ ਕਰਨਾ ਚਾਹਾਂ, ਜੋ ਫੈਸਲਾ ਲੈਣਾ ਚਾਹਾਂ, ਲੈ ਸਕਾਂ। ਇਸੇ ਤਰੀਕੇ ਨਾਲ ਆਪਾਂ ਆਪਣਾ ਲੋਕਤੰਤਰ ਬਣਾਉਂਦੇ ਹਾਂ, ਤੇ ਲੋਕਤੰਤਰ ਦੇ ਅੰਦਰ ਆਪਣੀ ਜੁਡੀਸ਼ਰੀ ਦਾ ਬਹੁਤ ਵੱਡਾ ਰੋਲ ਹੈ, ਠੀਕ ਹੈ, ਠੀਕ ਹੈ। ਇਹ ਸੀਗਾ ਆਹ ਵਾਲਾ ਪੋਰਸ਼ਨ। ਹੁਣ ਇਦੋਂ ਅੱਗੇ ਜਿਹੜੇ ਇਕ੍ਰਿਤ ਵਰਡ ਹੈ, ਇਹਦਾ ਕੀ ਮਤਲਬ ਹੈ? ਦੇਖੋ ਇਕ੍ਰਿਤ ਦਾ ਮਤਲਬ ਹੈ ਸਾਰੀ ਜੁਡੀਸ਼ਰੀ ਜੁੜੀ ਹੋਈ ਹੈ। ਦੇਖੋ ਆਪਣਾ ਜਿਹੜੇ ਭਾਰਤ ਦੇ ਅੰਦਰ ਜਿਹੜਾ ਸਾਰਾ ਢਾਂਚਾ ਬਣਾਇਆ ਹੋਇਆ ਨਾ ਜੁਡੀਸ਼ਰੀ ਦਾ, ਇਸ ਤਰੀਕੇ ਨਾਲ ਦਿਖਦਾ ਹੈ ਕਿ ਸਭ ਤੋਂ ਥੱਲੇ ਆਪਣੇ ਹਰ ਡਿਸਟ੍ਰਿਕਟ, ਜ਼ਿਲ੍ਹਾ ਜਾਂ ਸੈਸ਼ਨ ਅਦਾਲਤਾਂ ਹੈਗੀਆਂ, ਆਪਣੇ ਹਰ ਡਿਸਟ੍ਰਿਕਟ ਦੇ ਅੰਦਰ ਡਿਸਟ੍ਰਿਕਟ ਕੋਰਟ ਤੇ ਸੈਸ਼ਨ ਕੋਰਟ ਹੈਗੇ ਆ, ਠੀਕ ਹੈ। ਡਿਸਟ੍ਰਿਕਟ ਕੋਰਟ ਤੁਹਾਡੇ ਕ੍ਰਿਮੀਨਲ ਕੇਸ ਸੁਣਦੇ ਆ, ਤੇ ਸੈਸ਼ਨ ਕੋਰਟ ਤੁਹਾਡੇ ਸਿਵਲ ਕੇਸ ਸੁਣਦੇ ਆ। ਕ੍ਰਿਮੀਨਲ ਤੇ ਸਿਵਲ ਕੇਸ ਹੁੰਦੇ ਕੀ ਆ? ਦੇਖੋ ਜੇ ਤਾਂ ਕੋਈ ਮਾਮਲਾ ਇਦਾਂ ਦਾ ਹੋਵੇ ਜਿਹੜਾ ਪੈਸੇ ਵਿੱਚ ਸੁਲਝ ਸਕਦਾ ਹੈ, ਜਿਵੇਂ ਕਿ ਆਪਣਾ ਮੈਰਿਜ
ਦਾ ਕੋਈ ਡਿਵੋਰਸ ਮੈਰਿਜ ਦਾ ਕੋਈ ਇਸ਼ੂ ਹੋ ਗਿਆ, ਡਿਵੋਰਸ ਦਾ ਚੈੱਕ ਬਾਉਂਸ ਹੋ ਗਿਆ, ਇਦਾਂ ਦੀ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਆਪਾਂ ਕਹਾਂਗੇ ਕਿ ਇਹ ਸਾਰੇ ਮਾਮਲੇ ਤੁਹਾਡੇ ਸੈਸ਼ਨ ਕੋਰਟ ਜਾਣਗੇ। ਸਿਵਲ ਮਾਮਲੇ ਉੱਥੇ ਸੋਲਵ ਹੁੰਦੇ, ਜਿਹੜੀ ਚੀਜ਼ ਪੈਸੇ ਵਿੱਚ ਸੋਲਵ ਹੋ ਸਕਦੀ ਹੈ। ਜੇ ਤੁਸੀਂ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਕਿਸੇ ਨੇ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਕੋਈ ਵੀ ਜਾਨਲੇਵਾ ਹਮਲਾ ਹੋਇਆ ਹੈ ਜਾਂ ਕੋਈ ਵੀ ਕਿਸੇ ਨੇ ਧਮਕੀ ਵੀ ਦਿੱਤੀ ਹੈ, ਉਹ ਮੰਨਿਆ ਜਾਂਦਾ ਇੱਕ ਤਰੀਕੇ ਨਾਲ ਕ੍ਰਿਮੀਨਲ ਚੀਜ਼ ਕਿ ਤੁਹਾਡਾ ਇੰਟੈਂਟ ਹੀ ਇਹ ਸੀ ਕਿ ਤੁਸੀਂ ਕਿਸ ਨੂੰ ਮਾਰ ਦੇਣਾ ਚਾਹੁੰਦੇ ਸੀ। ਉਹ ਹਮੇਸ਼ਾ ਡਿਸਟ੍ਰਿਕਟ ਕੋਰਟ ਜਾਂਦੇ ਆ ਕੇਸ। ਤਾਂ ਇਸ ਤਰੀਕੇ ਨਾਲ ਆਪਣੀ ਜਿਹੜਾ ਸਾਰੇ ਕਾਨੂੰਨ ਹੈ ਨਾ, ਦੋ ਹਿੱਸਿਆਂ ਵਿੱਚ ਵੰਡੇ ਹੋਏ ਆ, ਕ੍ਰਿਮੀਨਲ ਤੇ ਸਿਵਲ। ਸਿਵਲ ਦਾ ਮਤਲਬ ਜਿਹੜੇ ਪੈਸਿਆਂ ਵਿੱਚ ਸੁਲਝ ਸਕਦੇ ਆ, ਕ੍ਰਿਮੀਨਲ ਜਿਹੜੇ ਪੈਸਿਆਂ ਵਿੱਚ ਨਹੀਂ ਸੁਲਝਦੇ, ਉੱਥੇ ਫਿਰ ਸਜ਼ਾ ਹੀ ਹੁੰਦੀ ਹੈ। ਇਦੋਂ ਉੱਤੇ ਜਿਹੜੀ ਚੀਜ਼ ਹੈ ਉਹ ਹੈਗੀ ਹੈ ਹਾਈ ਕੋਰਟ। ਹਾਈ ਕੋਰਟ ਤੋਂ ਉੱਤੇ ਹੈਗਾ ਸੁਪਰੀਮ ਕੋਰਟ। ਤਾਂ ਇਸ ਤਰੀਕੇ ਨਾਲ ਆਹ ਸਾਰਾ ਦਾ ਸਾਰਾ ਤੁਹਾਡਾ ਲੈਵਲ ਬਣਿਆ ਹੋਇਆ, ਠੀਕ ਹੈ। ਹਾਈ ਕੋਰਟ, ਸੁਪਰੀਮ ਕੋਰਟ, ਇਸ ਤਰੀਕੇ ਨਾਲ ਸਾਰਾ ਲੈਵਲ ਬਣਿਆ। ਹੁਣ ਆਪਣੇ ਇੱਥੇ ਹਰ ਜ਼ਿਲ੍ਹੇ ਦੇ ਆਪਣੇ ਆਪਣੇ ਖੁਦ ਦੇ ਕੋਰਟ ਆ। ਉਸ ਤੋਂ ਬਾਅਦ ਹਰ ਸਟੇਟ ਦਾ ਆਪਣਾ ਹਾਈ ਕੋਰਟ, ਇਫ ਬਟ ਮਤਲਬ 24-25 ਆਪਣੇ 25 ਆ ਹੁਣ, ਠੀਕ ਹੈ। ਹਾਈ ਕੋਰਟ ਹਰ ਜ਼ਿਆਦਾਤਰ ਸਟੇਟ ਦੇ ਆਪਣੇ ਆਪਣੇ ਹਾਈ ਕੋਰਟ ਹੈ। ਉਦੋਂ ਟੌਪ ਤੇ ਆਪਣੇ ਭਾਰਤ ਵਿੱਚ ਇੱਕੋ ਸੁਪਰੀਮ ਕੋਰਟ ਹੈ। ਇਹ ਸਾਰੀ ਜੁਡੀਸ਼ਰੀ ਇੱਕ ਦੂਜੇ ਨਾਲ ਜੁੜੀ ਹੋਈ ਹੈ। ਕਿੱਦਾਂ ਜੁੜੀ ਹੋਈ ਹੈ? ਦੇਖੋ, ਹੁਣ ਜੇ ਕੋਈ ਵੀ ਕੇਸ ਹੋਇਆ, ਤੁਸੀਂ ਉਸ ਕੇਸ ਦੇ ਖਿਲਾਫ ਅਪੀਲ ਕਰਨੀ ਹੈ। ਅਪੀਲ ਹਮੇਸ਼ਾ ਉੱਤੇ ਵਾਲੀ ਜਗ੍ਹਾ ਤੇ ਹੋਊਗੀ, ਇੱਥੋਂ ਤੋਂ ਬਾਅਦ ਉੱਤੇ ਹੋਊਗੀ। ਤੁਸੀਂ ਕਦੀ ਵੀ, ਜਿਵੇਂ ਹਾਈ ਕੋਰਟ ਤੁਸੀਂ ਕੇਸ ਲੜ ਰਹੇ ਸੀ, ਇਦਾਂ ਨਹੀਂ ਹੋ ਸਕਦਾ ਕਿ ਤੁਸੀਂ ਹਾਈ ਕੋਰਟ ਕੇਸ ਲੜੇ ਹੋ, ਹਾਈ ਕੋਰਟ ਤੋਂ ਬਾਅਦ ਤੁਸੀਂ ਜ਼ਿਲ੍ਹਾ ਅਦਾਲਤ ਵਿੱਚ ਆ ਕੇ ਅਪੀਲ ਕਰ ਸਕਦੇ ਹੋ। ਨਹੀਂ, ਅਪੀਲ ਹਮੇਸ਼ਾ ਉੱਤੇ ਹੀ ਕਰਨੀ। ਜੋ ਵੀ ਫੈਸਲਾ ਆਇਆ, ਅਪੀਲ ਹਮੇਸ਼ਾ ਉੱਤੇ ਵਾਲੇ ਕੋਰਟ ਵਿੱਚ ਹੀ ਹੋ ਸਕਦੀ ਹੈ, ਥੱਲੇ ਵਾਲੇ ਕੋਰਟ 'ਚ ਨਹੀਂ ਹੋ ਸਕਦੀ। ਇਸ ਤਰੀਕੇ ਨਾਲ ਆਪਣੀ ਜੁਡੀਸ਼ਰੀ 'ਚ ਅਪੀਲ ਹਮੇਸ਼ਾ ਉੱਤੇ ਨੂੰ ਜਾਂਦੀ ਹੈ। ਅਪੀਲ ਜਾਂ ਤਾਂ ਤੁਸੀਂ ਉਹ ਸੇਮ ਕੋਰਟ ਵਿੱਚ ਕਰ ਸਕਦੇ ਹੋ, ਜਿਵੇਂ ਹਾਈ ਕੋਰਟ ਦਾ ਫੈਸਲਾ ਆਇਆ, ਤੁਸੀਂ ਹਾਈ ਕੋਰਟ ਵੀ ਦੁਬਾਰਾ ਤੋਂ ਅਪੀਲ ਵੀ ਕਰ ਸਕਦੇ ਹੋ ਕਿ ਇਹ ਫੈਸਲਾ ਸਹੀ ਨਹੀਂ ਹੋਇਆ, ਇੱਕ ਵਾਰੀ ਇਹਨੂੰ ਦੁਬਾਰਾ ਤੋਂ ਵਿਚਾਰਿਆ ਜਾਵੇ, ਠੀਕ ਹੈ। ਜਾਂ ਸਕਦੇ ਅਗਰ ਇੱਕ ਵਾਰੀ ਮਾਮਲਾ ਜਿਵੇਂ ਸੁਪਰੀਮ ਕੋਰਟ 'ਚ ਪਹੁੰਚ ਗਿਆ, ਉਸ ਤੋਂ ਬਾਅਦ ਹਾਈ ਕੋਰਟ ਜਾਂ ਜ਼ਿਲ੍ਹਾ ਅਦਾਲਤਾਂ ਕੁਝ ਨਹੀਂ ਕਰ ਸਕਦੀਆਂ। ਸਾਰਾ ਕੁਝ ਤੁਹਾਡੇ ਸੁਪਰੀਮ ਕੋਰਟ ਕਰੂਗਾ। ਸੁਪਰੀਮ ਕੋਰਟ ਨੇ ਇੱਕ ਵਾਰੀ ਫੈਸਲਾ ਦਿੱਤਾ, ਉਸ ਤੋਂ ਬਾਅਦ ਦੁਬਾਰਾ ਵੀ ਕੋਈ ਉਹੀ ਸੇਮ ਮਾਮਲਾ ਆਇਆ, ਫਿਰ ਸੁਪਰੀਮ ਕੋਰਟ ਹੀ ਸੁਣੂਗਾ। ਅਪੀਲ, ਰੀ ਅਪੀਲ, ਸਭ ਕੁਝ ਫਿਰ ਸੁਪਰੀਮ ਕੋਰਟ ਕੋਲੇ ਆ ਗਿਆ। ਇਹ ਸਿਰਫ ਉੱਤੇ ਨੂੰ ਜਾ ਸਕਦੇ ਆ, ਥੱਲੇ ਨੂੰ ਨਹੀਂ ਆ ਸਕਦੇ। ਦੂਜੇ ਪਾਸੇ ਜਿਹੜੇ ਆਰਡਰ ਆਉਂਦੇ ਆ, ਕੋਈ ਵੀ ਤੁਹਾਡੇ ਅਦਾਲਤ ਨੇ ਆਰਡਰ ਪਾਸ ਕੀਤਾ, ਜਿਵੇਂ ਸੁਪਰੀਮ ਕੋਰਟ ਨੇ ਕੋਈ ਆਰਡਰ ਪਾਸ ਕਰਤਾ, ਜੇ ਕੋਈ ਵੀ ਤਰੀਕੇ ਦਾ ਕੇਸ ਹੈ ਤੇ ਉਸ ਕੇਸ ਵਿੱਚ ਜੋ ਵੀ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਹੈ, ਉਹਦੇ ਮਿਲਦੇ ਜੁਲਦੇ ਕੋਈ ਵੀ ਕੇਸ ਆਣਗੇ ਨਾ, ਉਹ ਸਾਰਿਆਂ ਉੱਤੇ ਜੋ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ, ਉਹੀ ਵਾਲਾ ਫੈਸਲਾ ਬਾਕੀਆਂ ਨੂੰ ਮੰਨਣਾ ਪੈਣਾ। ਇਹਦਾ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਦੇਖੋ, ਇਸ ਟਾਈਮ ਹੁਣ ਤੁਹਾਡੇ LGBTQ ਕਮਿਊਨਿਟੀ ਨੂੰ ਲੀਗਲ ਸਟੇਟਸ ਮਿਲਿਆ ਹੋਇਆ ਹੈ, ਯਾਨੀ ਕਿ ਕੋਈ ਵੀ ਗੇ, ਲੈਸਬੀਅਨ, ਬਾਇਸੈਕਸ਼ੂਅਲ ਕੋਈ ਵੀ ਇਦਾਂ ਦਾ ਹੈਗਾ, ਉਹ ਵਿਆਹ ਕਰਵਾ ਸਕਦੇ ਆ। ਇਹ ਓਰੀਜਨਲੀ ਮੈਂ ਤੁਹਾਨੂੰ ਕੇਸ ਦੱਸਦਾ ਤੇ ਇਹ ਤੋਂ ਮੈਂ ਤੁਹਾਨੂੰ ਦੱਸਦਾ ਜੁਡੀਸ਼ਰੀ ਕਿੱਦਾਂ ਜੁੜੀ ਹੋਈ ਹੈ। ਓਰੀਜਨਲੀ ਦਿੱਲੀ ਹਾਈ ਕੋਰਟ ਨੇ ਫੈਸਲਾ ਦਿੱਤਾ ਸੀ, ਜਿੱਥੇ ਉਹਨਾਂ ਨੇ ਵਿਆਹ ਅਲਾਉ ਕਰਤੇ ਸੀ ਕਿ ਕੋਈ ਵੀ ਜੇ ਸੇਮ ਜੈਂਡਰ ਦੇ ਲੋਕ ਆ ਉਹ ਵਿਆਹ ਕਰਵਾਉਣਾ ਚਾਹੁੰਦੇ, ਉਹ ਕਰਵਾ ਸਕਦੇ ਆ। ਹੋਇਆ ਕਿ ਹਾਈ ਕੋਰਟ ਨੇ ਅਲਾਉ ਕਰਤਾ, ਉਦੋਂ ਬਾਅਦ ਸੁਪਰੀਮ ਕੋਰਟ 'ਚ ਆਪੋਜ਼ਿਟ ਧੜ ਜਿਹੜਾ ਸੀਗਾ, ਉਹਨਾਂ ਨੇ ਸੁਪਰੀਮ ਕੋਰਟ 'ਚ ਅਪੀਲ ਕੀਤੀ ਤੇ ਸੁਪਰੀਮ ਕੋਰਟ ਨੇ ਖਾਰਿਜ ਕਰਤਾ ਸੀ ਇੱਕ ਵਾਰੀ। ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ, ਇਦਾਂ ਕੋਈ ਵਿਆਹ ਭਾਰਤ ਵਿੱਚ ਨਹੀਂ ਹੋਣ ਵਾਲੇ, ਇਹ ਆਪਣੇ ਕਾਨੂੰਨ ਦੇ ਖਿਲਾਫ ਹੈ। ਜੇ ਹੁਣ ਸੁਪਰੀਮ ਕੋਰਟ ਨੇ ਫੈਸਲਾ ਸੁਣਾਤਾ, ਹਾਈ ਕੋਰਟ ਦਾ ਜਿਹੜਾ ਪੁਰਾਣਾ ਫੈਸਲਾ ਸੀ ਉਹ ਆਪਣੇ ਆਪ ਹੀ ਪਲਟਿਆ ਗਿਆ, ਕਿਉਂਕਿ ਉੱਤੋਂ ਦੀ ਆਰਡਰ ਆ ਗਿਆ ਕਿ ਹੁਣ ਆਹ ਮੰਨਿਆ ਜਾਊਗਾ। ਉਦੋਂ ਬਾਅਦ ਜਿਹੜੇ ਕਮਿਊਨਿਟੀ ਦੇ ਲੋਕ ਸੀ, ਉਹਨਾਂ ਨੇ ਦੁਬਾਰਾ ਤੋਂ, ਕਿਉਂਕਿ ਹੁਣ ਦੇਖੋ ਅਪੀਲ ਵੀ ਥੱਲੇ ਨਹੀਂ ਹੋ ਸਕਦੀ ਨਾ, ਅਪੀਲ ਵੀ ਉੱਤੇ ਹੀ ਹੋਗੀ, ਉਹਨਾਂ ਨੇ ਸੁਪਰੀਮ ਕੋਰਟ ਵੀ ਦੁਬਾਰਾ ਅਪੀਲ ਕੀਤੀ ਕਿ ਸਾਡਾ ਇਹ ਸਾਰੀ ਦੀ ਸਾਰੀ ਚੀਜ਼ ਦੁਬਾਰਾ ਸੁਣੀ ਜਾਵੇ। ਤਾਂ ਸੁਪਰੀਮ ਕੋਰਟ ਨੇ ਦੁਬਾਰਾ ਤੋਂ ਕੇਸ ਸੁਣਿਆ। ਸੁਪਰੀਮ ਕੋਰਟ ਨੇ ਫੇਰ ਪਰਮਿਸ਼ਨ ਦੇਤੀ ਫਾਈਨਲੀ ਕਿ ਜਿਹੜੇ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ। ਹੁਣ ਸੁਪਰੀਮ ਚ ਕਰ ਸਕਦੇ ਹੋ ਜਾਂ ਤਾਂ ਉਹ ਤੋਂ ਉੱਤੇ, ਸੁਪਰੀਮ ਕੋਰਟ ਤੋਂ ਉੱਤੇ ਦਾ ਕੁਝ ਵੀ ਨਹੀਂ ਹੈ, ਤਾਂ ਸੁਪਰੀਮ ਕੋਰਟ ਤਾਂ ਰੀ ਅਪੀਲ ਹੀ ਹੁੰਦੀ ਹੈ। ਥੱਲੇ ਵਾਲਿਆਂ ਚ ਉੱਤੇ ਅਪੀਲ ਜਾਂ ਉਸੇ ਕੋਰਟ ਵਿੱਚ ਅਪੀਲ ਕਰ ਸਕਦੇ ਹੋ। ਆਰਡਰ ਜਿਹੜਾ ਵੀ ਉੱਤੇ ਵਾਲੇ ਕੋਰਟ ਨੇ ਆਰਡਰ ਪਾਸ ਕਰਤਾ, ਉਹ ਥੱਲੇ ਵਾਲਿਆਂ ਨੂੰ ਉਹ ਆਰਡਰ ਮੰਨਣਾ ਹੀ ਮੰਨਣਾ ਪੈਂਦਾ। ਤਾਂ ਇਸ ਤਰੀਕੇ ਨਾਲ ਆਰਡਰ ਹਮੇਸ਼ਾ ਥੱਲੇ ਨੂੰ ਆਉਂਦੇ ਆ, ਅਪੀਲ ਹਮੇਸ਼ਾ ਉੱਤੇ ਨੂੰ ਜਾਂਦੀ ਹੈ। ਜਿਹੜਾ ਵੀ ਆਰਡਰ ਹੈ, ਜਿਹੜੇ ਕੋਰਟ ਨੇ ਆਰਡਰ ਜਾਰੀ ਕੀਤਾ, ਜਿਵੇਂ ਸੁਪਰੀਮ ਕੋਰਟ ਆ, ਅੱਜ ਉਹਨਾਂ ਨੇ ਕੀ ਕਹਿੰਦੇ ਵਿਆਹ ਅਲਾਉ ਕਰਤੇ, ਕੱਲ ਸੁਪਰੀਮ ਕੋਰਟ ਦਾ ਮਨ ਚਾਹੇ ਕੱਲ ਫਿਰ ਤੋਂ ਆਪਣਾ ਫੈਸਲਾ ਪਲਟ ਦੇ, ਕੋਈ ਨਹੀਂ ਮਨਾ ਕਰ ਸਕਦਾ ਸੁਪਰੀਮ ਕੋਰਟ ਨੂੰ ਕਿ ਉਹ ਆਪਣਾ ਫੈਸਲਾ ਨਹੀਂ ਪਲਟ ਸਕਦੇ। ਸੁਪਰੀਮ ਕੋਰਟ ਜਦ ਚਾਹੇ ਆਪਣਾ ਫੈਸਲਾ ਦੁਬਾਰਾ ਪਲਟ ਸਕਦਾ ਹੈ, ਉਹ ਦੁਬਾਰਾ ਤੋਂ ਕੇਸ ਨੂੰ ਫੈਸਲਾ ਕਰਕੇ ਪਲਟ ਦੂਗਾ, ਠੀਕ ਹੈ। ਤਾਂ ਇਹ ਸੀਗਾ ਤੁਹਾਡਾ ਇਹ ਸਾਰਾ ਲੈਕਚਰ ਤੇ ਇੰਡੀਅਨ ਜੁਡੀਸ਼ਰੀ ਬਾਰੇ ਟੌਪਿਕ। ਥੈਂਕ ਯੂ, ਮਿਲਦੇ ਹਾਂ ਤੁਹਾਨੂੰ ਅਗਲੇ ਲੈਕਚਰ 'ਚ।